ਹੈਲੋ ਸਟੂਡੈਂਟਸ, ਕਿਵੇਂ ਹੋ? ਉਮੀਦ ਕਰਦਾ ਤੁਸੀਂ ਬਹੁਤ ਹੀ ਵਧੀਆ ਹੋਵੋਗੇ। ਆਪਾਂ ਅੱਜ ਗੱਲ ਕਰਾਂਗੇ ਸੀ ਟੈਟ ਜਾਂ ਟੈਟ ਦੇ ਲਈ ਇੱਕ ਨਵਾਂ ਟੌਪਿਕ ਭਾਸ਼ਾ। ਭਾਸ਼ਾ ਕੀ ਹੈ? ਵਾਟ ਇਜ਼ ਅ ਲੈਂਗੁਏਜ? ਲੈਂਗੁਏਜ ਦੇਖੋ, ਜਿਹੜਾ ਲੈਂਗੁਏਜ ਸ਼ਬਦ ਹੈ ਭਾਸ਼ਾ ਦਾ ਇੰਗਲਿਸ਼ ਮੇਟ ਦੇ ਵਿੱਚ ਕਹਿ ਸਕਦੇ ਹਾਂ ਜਾਂ ਇੰਗਲਿਸ਼ ਅਨੁਵਾਦ ਲੈਂਗੁਏਜ ਹੈ। ਬਟ ਲੈਂਗੁਏਜ ਹੈ ਜਿਹੜਾ ਉਹ ਕਿਸ ਤਰ੍ਹਾਂ ਡਿਵੈਲਪ ਹੋਇਆ, ਭਾਸ਼ਾ ਕਿਸ ਤਰ੍ਹਾਂ ਡਿਵੈਲਪ ਹੋਈ, ਆਪਾਂ ਅੱਜ ਇਹ ਸਾਰਾ ਕੁਛ ਡਿਸਕਸ ਕਰਨਾ। ਦੇਖੋ, ਸਭ ਤੋਂ ਪਹਿਲਾਂ ਜਿਹੜਾ ਭਾਸ਼ਾ ਹੈ ਨਾ, ਭਾਸ਼ਾ ਆਪਣੇ ਆਪ ਦੇ ਵਿੱਚ ਮਨੁੱਖ ਦੀ ਇੱਕ ਬਹੁਤ ਵੱਡੀ ਜਿਹੜੀ ਸਕਸੈਸ ਕਹਿ ਸਕਦੇ ਹਾਂ। ਸਕਸੈਸ ਮਤਲਬ ਤਰੱਕੀ। ਤਰੱਕੀ ਕਿਵੇਂ ਹੈ? ਹੁਣ ਦੇਖੋ, ਜਦੋਂ ਆਪਾਂ ਜੇ ਅੱਜ ਤੋਂ ਪੁਰਾਣੇ ਸਮਿਆਂ ਦੀਆਂ ਗੱਲਾਂ ਕਰੀਏ, ਜੇ ਆਪਾਂ ਸ਼ੁਰੂ ਤੋਂ ਜਦੋਂ ਸਿਵਲਾਈਜੇਸ਼ਨ ਸ਼ੁਰੂ ਹੁੰਦੀ ਹੈ, ਆਪਾਂ ਨੂੰ ਪਤਾ ਵੀ ਜਿਹੜਾ ਇਨਸਾਨ ਹੈ ਉਹ ਜੰਗਲਾਂ ਦੇ ਵਿੱਚ ਰਹਿੰਦਾ ਸੀਗਾ, ਹੈ ਨਾ, ਆਦਿ ਮਾਨਵਾਂ ਦੀ ਤਰ੍ਹਾਂ ਰਹਿੰਦਾ ਸੀਗਾ। ਅਤੇ ਉਸ ਟਾਈਮ ਉਹਨੂੰ ਜਿਹੜਾ ਬੋਲਣਾ ਸੁਣਨਾ ਤਾਂ ਆਉਂਦਾ ਸੀ, ਬਟ ਜਿਹੜਾ ਬੋਲਣਾ ਉਹ ਐਗਜ਼ੈਕਟ ਨਹੀਂ ਸੀ ਬੋਲਦਾ ਹੁੰਦਾ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਜਿਹੜਾ ਕੰਮ ਚਲਾਉਂਦਾ ਹੁੰਦਾ ਸੀ। ਜਾਨਵਰਾਂ ਦੀ ਤਰ੍ਹਾਂ ਮੂੰਹ ਦੇ ਵਿੱਚੋਂ ਸਾਊਂਡਸ ਨਿਕਲਦੀਆਂ ਹੁੰਦੀਆਂ ਸੀ, ਬਟ ਆਪਾਂ ਉਹਨੂੰ ਲੈਂਗੁਏਜ ਨਹੀਂ ਕਹਿ ਸਕਦੇ। ਐਕਚੁਅਲੀ ਟਰੂ ਲੈਂਗੁਏਜ ਕੀ ਹੈ, ਉਹੀ ਆਪਾਂ ਅੱਜ ਸਾਰਾ ਕੁਛ ਡਿਸਕਸ ਕਰਨਾ। ਦੇਖੋ, ਆਪਣਾ ਟੌਪਿਕ ਹੈ ਭਾਸ਼ਾ। ਹੁਣ ਭਾਸ਼ਾ ਜਿਹੜਾ ਤੁਹਾਨੂੰ ਦੱਸਿਆ, ਜਿਵੇਂ ਇਨਸਾਨ ਦੀ ਇੱਕ ਗ੍ਰੇਟ ਅਚੀਵਮੈਂਟ ਆਪਾਂ ਕਹਿ ਸਕਦੇ ਹਾਂ, ਭਾਸ਼ਾ ਡਿਵੈਲਪਮੈਂਟ ਹੈ। ਠੀਕ ਹੈ। ਹੁਣ ਭਾਸ਼ਾ ਹੋਂਦ ਦੇ ਵਿੱਚ ਕਿਵੇਂ ਆਈ ਹੈ? ਪਹਿਲਾਂ ਐਕਚੁਅਲੀ ਇਹ ਪਤਾ ਹੋਣਾ ਚਾਹੀਦਾ ਭਾਸ਼ਾ ਹੈ ਕੀ ਹੈ, ਭਾਸ਼ਾ ਕਿਵੇਂ ਹੋਂਦ ਦੇ ਵਿੱਚ ਆਈ ਹੈ। ਦੇਖੋ, ਜਿਵੇਂ ਆਪਾਂ ਜੇ ਜਾਨਵਰਾਂ ਦੀ ਗੱਲ ਕਰੀਏ, ਪੰਛੀਆਂ ਦੀ ਗੱਲ ਕਰੀਏ, ਠੀਕ ਹੈ। ਹੁਣ ਦੇਖੋ, ਪੰਛੀ ਚੀਂ ਚੀਂ ਕਰਦੇ ਨੇ, ਜਾਨਵਰ ਡਿਫਰੈਂਟ ਸਾਊਂਡਸ ਦੇ ਵਿੱਚ ਬੋਲਦੇ ਨੇ, ਉਹ ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਨੇ, ਹੈ ਨਾ। ਬਟ ਆਪਾਂ ਨੂੰ ਉਹਨਾਂ ਦਾ ਲੈਂਗੁਏਜ ਉਹ ਸਮਝ ਨਹੀਂ ਆਉਂਦੀ, ਉਹ ਕੀ ਗੱਲ ਕਰ ਰਹੇ ਆਪਾਂ ਨੂੰ ਕੁਛ ਨਹੀਂ ਪਤਾ। ਹੁਣ ਆਪਾਂ ਇੱਕ ਦੂਜੇ ਦੇ ਨਾਲ ਜਦੋਂ ਗੱਲਬਾਤ ਕਰ ਰਹੇ ਹਾਂ, ਜੇ ਉਹ ਗੱਲਬਾਤ ਆਪਾਂ ਨੂੰ ਸਮਝ ਆਉਂਦੀ ਹੈ, ਆਦਾਨ ਪ੍ਰਦਾਨ ਹੁੰਦਾ ਹੈ, ਤਾਂ ਜਿਹੜੇ ਆਪਣੇ ਵਿਚਾਰ ਨੇ ਉਹ ਦੂਜੇ ਤੱਕ ਸਪਰੈਡ ਹੁੰਦੇ ਨੇ, ਫੈਲਦੇ ਨੇ। ਆਪਾਂ ਆਪਣੇ ਵਿਚਾਰਾਂ ਨੂੰ ਦੂਜਿਆਂ ਤੱਕ ਲੈ ਕੇ ਜਾਂਦੇ ਹਾਂ। ਇਹ ਹੀ ਇੱਕ ਤਰ੍ਹਾਂ ਭਾਸ਼ਾ। ਭਾਸ਼ਾ ਮਤਲਬ ਕੀ ਹੈ? ਆਪਣੇ ਵਿਚਾਰਾਂ ਨੂੰ ਸਾਂਝੇ ਕਰਨ ਦਾ ਸਾਧਨ। ਠੀਕ ਹੈ। ਦੇਖੋ, ਦੋ ਜਿਸ ਸਾਧਨ ਦੇ ਨਾਲ ਮਨੁੱਖ ਆਪਣੇ ਵਿਚਾਰ ਹੋਰਾਂ ਦੇ ਨਾਲ ਸਾਂਝੇ ਕਰਦਾ ਹੈ, ਉਸ ਨੂੰ ਭਾਸ਼ਾ ਕਿਹਾ ਜਾਂਦਾ ਹੈ। ਹੁਣ ਦੇਖੋ, ਜਿਸ ਸਾਧਨ ਦੇ ਨਾਲ ਮਨੁੱਖ ਆਪਣੇ ਵਿਚਾਰ ਹੋਰਾਂ ਦੇ ਨਾਲ ਸਾਂਝੇ ਕਰਦਾ ਹੈ, ਉਸ ਨੂੰ ਭਾਸ਼ਾ ਕਿਹਾ ਜਾਂਦਾ ਹੈ। ਵੈਰੀ ਸਿੰਪਲ ਡੈਫੀਨੇਸ਼ਨ ਹੈ। ਪਰ ਹੁਣ ਦੇਖੋ, ਸੇਮ ਟਾਈਮ ਹੁਣ ਇਕੱਲਾ ਮਨੁੱਖ ਨਹੀਂ ਹੈਗਾ, ਜਾਨਵਰ ਵੀ ਆਪਣੇ ਵਿਚਾਰ ਸਾਂਝੇ ਕਰਦੇ ਨੇ, ਪੰਛੀ ਵੀ ਆਪਣੇ ਵਿਚਾਰ ਸਾਂਝੇ ਕਰਦੇ ਨੇ। ਪਰ ਆਪਾਂ ਉਹਨਾਂ ਦੀ ਲੈਂਗੁਏਜ ਹੈ ਜਿਹੜੀ, ਉਹਨੂੰ ਐਕਚੁਅਲੀ ਲੈਂਗੁਏਜ ਨਹੀਂ ਕਹਿ ਸਕਦੇ। ਉਹ ਕਿਉਂ ਨਹੀਂ ਕਹਿ ਸਕਦੇ? ਕਿਉਂਕਿ ਉਹਨਾਂ ਦੇ ਵਿੱਚ ਸਾਰਥਕ ਧੁਨੀਆਂ ਹੁੰਦੀਆਂ। ਸਾਰਥਕ ਮਤਲਬ ਜਿਹੜਾ ਸਪੈਸ਼ਲਾਈਜੇਸ਼ਨ ਹੋਵੇ, ਜਿਨ੍ਹਾਂ ਦੇ ਵਿੱਚ ਕੋਈ ਅਰਥ ਹੋਣ, ਜਿਨ੍ਹਾਂ ਦੇ ਕੋਈ ਅਰਥ ਕਲੀਅਰ ਹੁੰਦੇ ਹੋਣ, ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ। ਧੁਨੀਆਂ ਦੇ ਸਮੂਹ ਨੂੰ ਕਹਿ ਸਕਦੇ ਹਾਂ। ਹੁਣ ਦੇਖੋ, ਇੱਕ ਜਿਸ ਸਾਧਨ ਦੇ ਨਾਲ ਮਨੁੱਖ ਆਪਣੇ ਵਿਚਾਰ ਹੋਰਾਂ ਦੇ ਨਾਲ ਸਾਂਝੇ ਕਰਦਾ, ਉਸ ਨੂੰ ਭਾਸ਼ਾ ਕਹਿੰਦੇ ਆ। ਬਿਲਕੁਲ ਠੀਕ ਹੈ, ਐਕੂਰੇਟ ਡੈਫੀਨੇਸ਼ਨ ਹੈ। ਹੁਣ ਉਸ ਤੋਂ ਬਾਅਦ ਸਾਰਥਕ। ਸਾਰਥਕ ਧੁਨੀਆਂ ਦੇ ਸਮੂਹ ਨੂੰ ਭਾਸ਼ਾ ਕਿਹਾ ਜਾਂਦਾ ਹੈ। ਹੁਣ ਦੇਖੋ, ਸਾਰਥਕ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਤੇ ਧੁਨੀਆਂ ਕੀ ਹੁੰਦੀਆਂ ਨੇ? ਦੇਖੋ, ਜਿਹੜਾ ਮੂੰਹ ਦੇ ਵਿੱਚੋਂ ਸਾਊਂਡ ਨਿਕਲਦੀ ਹੈ ਨਾ, ਉਹ ਕੋਈ ਵੀ ਸਾਊਂਡ ਹੋ ਸਕਦੀ ਹੈ। ਠੀਕ ਹੈ।
ਹੁਣ ਜਿਵੇਂ ਦੇਖੋ ਅਚਾਨਕ ਕਈ ਵਾਰੀ ਆਪਾਂ ਦੇਖਦੇ ਹਾਂ, ਸਿੰਪਲ ਜੀ ਗੱਲ ਹੈ, ਤੁਸੀਂ ਸਾਰੇ ਕੋਈ ਨਾ ਕੋਈ ਗੇਮਸ ਜ਼ਰੂਰ ਦੇਖਦੇ ਹੋ, ਖੇਡਦੇ ਹੋ, ਸੁਣਦੇ ਹੋ, ਦੇਖਦੇ ਹੋ। ਹੁਣ ਜਦੋਂ ਇੱਕ ਕ੍ਰਿਕਟਰ ਜੇ ਕ੍ਰਿਕਟ ਦੀ ਗੇਮ ਦੇ ਵਿੱਚ ਜਦੋਂ ਇੱਕ ਬੋਲਰ ਜ਼ੋਰ ਦੇ ਨਾਲ ਬੋਲ ਪਾਉਂਦਾ ਹੈ, ਠੀਕ ਹੈ, ਫਾਸਟ ਬੋਲਰ ਜਦੋਂ ਆਪਣਾ ਰਨ ਲੈ ਕੇ ਬੋਲ ਪਾਉਂਦਾ ਹੈ ਤਾਂ ਉਹਦੇ ਮੂੰਹ ਦੇ ਵਿੱਚੋਂ ਸਹਿਜ ਸੁਭਾਅ ਇੱਕ ਆਵਾਜ਼ ਨਿਕਲਦੀ ਹੈ। ਜਾਂ ਇਸੇ ਤਰ੍ਹਾਂ ਜਦੋਂ ਕਹਿ ਲਓ ਆਪਾਂ ਟੇਬਲ ਟੈਨਿਸ ਜਾਂ ਕਹਿ ਲਓ ਜਦੋਂ ਟੈਨਿਸ ਖੇਡਦੇ ਹਾਂ, ਟੈਨਿਸ ਜਦੋਂ ਖਿਡਾਰੀ ਸ਼ਾਟ ਲਾਉਂਦਾ, ਐਵੇਂ ਦੱਬ ਕੇ ਸ਼ਾਟ ਮਾਰਦਾ, ਉਹਦੇ ਮੂੰਹ ਦੇ ਵਿੱਚ ਇੱਕ ਸਾਊਂਡ ਨਿਕਲਦੀ ਹੈ। ਉਹ ਵੀ ਧੁਨੀਆਂ ਨੇ, ਪਰ ਉਹ ਧੁਨੀਆਂ ਸਾਰਥਕ ਨਹੀਂ ਹੈਗੀਆਂ। ਸਾਰਥਕ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਦਾ ਐਕਚੁਅਲੀ ਕੋਈ ਅਰਥ ਹੋਵੇ। ਉਹ ਸਾਰਥਕ ਧੁਨੀਆਂ ਦਾ ਸੁਮੇਲ ਨੂੰ ਆਪਾਂ ਭਾਸ਼ਾ ਕਹਿੰਦੇ ਹਾਂ। ਦੇਖੋ ਵੈਰੀ ਸਿੰਪਲ ਡੈਫੀਨੇਸ਼ਨ ਹੈ, ਸਾਰਥਕ ਧੁਨੀਆਂ ਦੇ ਸਮੂਹ ਨੂੰ ਭਾਸ਼ਾ ਕਿਹਾ ਜਾਂਦਾ ਹੈ। ਭਾਸ਼ਾ ਉਹ ਸਾਧਨ ਹੈ ਜਿਸ ਦੇ ਨਾਲ ਮਨੁੱਖ ਆਪਣੇ ਵਿਚਾਰ ਸਾਂਝੇ ਕਰਦਾ ਹੈ। ਹੁਣ ਦੇਖੋ ਸਾਰਥਕ ਧੁਨੀਆਂ ਕੀ ਹੈ? ਸਾਰਥਕ ਧੁਨੀਆਂ ਜਿਨ੍ਹਾਂ ਦਾ ਕੋਈ ਅਰਥ ਹੋਵੇ, ਜਿਵੇਂ ਸਾਰਥਕ ਧੁਨੀਆਂ ਦੇਖੋ ਰਾ, ਆ, ਮ ਧੁਨੀਆਂ ਹੋ ਗਿਆ ਨਾ। ਰਾਮ ਕਿੰਨਾ ਸਿੰਪਲ ਹੈ, ਰਾਮ, ਰਾਮ, ਇਹ ਸਾਰਥਕ ਧੁਨੀਆਂ ਨੇ। ਇਹਨਾਂ ਧੁਨੀਆਂ ਦੇ ਸਮੂਹ ਨੂੰ ਆਪਾਂ ਭਾਸ਼ਾ ਕਹਿੰਦੇ ਹਾਂ। ਹੁਣ ਦੇਖੋ ਜਿਹੜਾ ਭਾਸ਼ਾ ਹੈ ਉਹ ਕੀ ਹੈ? ਹੁਣ ਭਾਸ਼ਾ ਕਿਸ ਤਰ੍ਹਾਂ ਡਿਵੈਲਪ ਹੋਈ ਹੈ, ਆਪਾਂ ਇਹ ਸਾਰਾ ਕੁਝ ਅੱਜ ਆਪਣਾ ਟੌਪਿਕ ਹੈ ਜਿਹੜਾ ਉਹ ਡਿਸਕਸ ਕਰਨਾ ਹੈ। ਹੁਣ ਜਿਹੜਾ ਭਾਸ਼ਾ ਹੈ ਨਾ, ਭਾਸ਼ਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਭਾਸ਼, ਭੱਬੇ ਨੂੰ ਕਰਨਾ ਛੱਛਾ, ਸੱਸੇ ਦੇ ਪੈਰ 'ਚ ਬਿੰਦੀ ਹੈ, ਭਾਸ਼ ਤੋਂ ਬਣਿਆ ਹੈ। ਹੁਣ ਦੇਖੋ ਜਿਹੜਾ ਇਹ ਸ਼ਬਦ ਹੈ ਨਾ, ਇਹ ਸ਼ਬਦ ਸੰਸਕ੍ਰਿਤ ਦਾ ਹੈ ਤੇ ਇਹ ਦੇਖੋ ਭਾਸ਼ ਤੋਂ ਬਣ ਗਿਆ ਭਾਸ਼ਾ। ਜਿਹੜਾ ਇਹ ਸ਼ਬਦ ਹੈ ਉਹ ਇਸ ਤੋਂ ਬਣਿਆ। ਸੰਸਕ੍ਰਿਤ ਭਾਸ਼ਾ ਦੇ ਸ਼ਬਦ ਭਾਸ਼ ਤੋਂ, ਭਾਸ਼ਾ ਜਿਹੜਾ ਸ਼ਬਦ ਹੈ ਉਹ ਡਿਵੈਲਪ ਦੇ ਵਿੱਚ ਹੋਇਆ, ਭਾਵ ਇਸ ਤੋਂ ਬਣਿਆ। ਠੀਕ ਹੈ, ਭਾਸ਼ਾ ਨੂੰ ਹੀ ਆਪਾਂ ਇੰਗਲਿਸ਼ ਦੇ ਵਿੱਚ ਆਪਾਂ ਲੈਂਗੁਏਜ ਕਹਿ ਦਿੰਦੇ ਹਾਂ। ਠੀਕ ਹੈ, ਜੇ ਆਪਾਂ ਫਾਰਸੀ ਦੀ ਗੱਲ ਕਰੀਏ ਉਸ ਦੇ ਵਿੱਚ ਆਪਾਂ ਜ਼ੁਬਾਨ ਕਹਿ ਦਿੰਦੇ ਹਾਂ। ਡਿਫਰੈਂਟ ਲੈਂਗੁਏਜ ਜਿਹੜੀਆਂ ਆਪਣੀਆਂ ਬੋਲੀਆਂ ਨੇ, ਲਿਪੀਆਂ ਨੇ, ਉਹਨਾਂ ਦੇ ਵਿੱਚ ਅਲੱਗ-ਅਲੱਗ ਸ਼ਬਦ ਯੂਜ਼ ਕੀਤੇ ਜਾਂਦੇ ਨੇ। ਠੀਕ ਹੈ, ਤੇ ਐਕਚੁਅਲੀ ਜਿਹੜਾ ਸ਼ਬਦ ਹੈ ਉਹ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਭਾਸ਼ ਤੋਂ ਬਣੇ ਆ। ਹੁਣ ਜਿਹੜੇ ਭਾਸ਼ ਹੈ ਨਾ, ਭਾਸ਼ ਆ ਦੇਖੋ, ਭਾਸ਼ ਦਾ ਅਰਥ ਕੀ ਹੈ? ਅਰਥ ਬੋਲਣਾ। ਠੀਕ ਹੈ, ਭਾਸ਼ਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਭਾਸ਼ ਤੋਂ ਬਣੀ ਹੈ ਤੇ ਭਾਸ਼ ਦਾ ਅਰਥ ਹੀ ਹੈ ਬੋਲਣਾ। ਠੀਕ ਹੈ, ਹੁਣ ਦੇਖੋ ਜਿਹੜੀ ਭਾਸ਼ਾ ਹੈ, ਆਪਾਂ ਨੂੰ ਪਤਾ ਲੱਗ ਗਿਆ ਮਨੁੱਖ ਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੀਆਂ ਸਾਰਥਕ ਧੁਨੀਆਂ ਦੇ ਸਮੂਹ ਨੂੰ ਆਪਾਂ ਭਾਸ਼ਾ ਕਹਿੰਦੇ ਹਾਂ। ਉਸ ਦੇ ਨਾਲ ਹੀ ਭਾਸ਼ਾ ਬਣੀ ਹੈ। ਠੀਕ ਹੈ, ਹੁਣ ਇਹਦੇ ਨਾਲ ਹੀ ਦੇਖੋ ਆਪਣੇ ਕੋਲ ਇੱਕ ਪ੍ਰਸ਼ਨ ਉਤਪੰਨ ਹੁੰਦਾ, ਧੁਨੀ ਕੀ ਹੈ? ਦੇਖੋ ਮੂੰਹ ਦੇ ਵਿੱਚੋਂ ਨਿਕਲਣ ਵਾਲੀਆਂ ਸਾਰਥਕ ਜਿਹੜੇ ਸਾਰਥਕ ਸ਼ਬਦ ਨੇ, ਜਾਂ ਕਹਿ ਲਓ ਮੂੰਹ ਦੇ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੂੰ ਆਪਾਂ ਧੁਨੀਆਂ ਕਹਿ ਦਿੰਦੇ ਹਾਂ। ਠੀਕ ਹੈ, ਪਰ ਭਾਸ਼ਾ ਸਾਰਥਕ ਧੁਨੀਆਂ ਦੇ ਮੇਲ ਤੋਂ ਬਣਦੀ ਹੈ। ਹੁਣ ਦੇਖੋ ਇਹ ਦੋ ਡਿਫਰੈਂਟ ਪੁਆਇੰਟ ਨੇ। ਮੂੰਹ ਦੇ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਧੁਨੀਆਂ ਨੇ। ਠੀਕ ਹੈ, ਪਰ ਜਦੋਂ ਆਪਾਂ ਭਾਸ਼ਾ ਦੀ ਗੱਲ ਕਰਦੇ ਹਾਂ, ਭਾਸ਼ਾ ਦੇ ਲਈ ਧੁਨੀਆਂ ਜਿਹੜੀਆਂ ਸਾਰਥਕ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦਾ ਕੋਈ ਅਰਥ ਹੋਵੇ, ਜਿਵੇਂ ਰਾਮ। ਠੀਕ ਹੈ, ਇਸ ਤਰ੍ਹਾਂ ਕੋਈ ਵੀ ਧੁਨੀ ਹੋ ਸਕਦੀ ਹੈ। ਹੁਣ ਇੱਕ ਗੱਲ ਹੋਰ ਹੈ, ਜਿਹੜੀ ਧੁਨੀ ਹੈ, ਦੇਖੋ ਧੁਨੀ ਇਹ ਨਾ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਛੋਟੀ ਇਕਾਈ ਕਈ ਵਾਰੀ ਨਾ ਐਗਜ਼ਾਮੀਨਰ ਡਾਇਰੈਕਟ ਪ੍ਰਸ਼ਨ ਪੁੱਛ ਲੈਂਦਾ, ਇਸ ਕਰਕੇ ਮੈਂ ਇਹ ਤੁਹਾਨੂੰ ਹੁਣੀ ਨੋਟ ਕਰਾਇਆ। ਦੇਖੋ ਧੁਨੀ ਜਿਹੜੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਐਗਜ਼ਾਮੀਨਰ ਤੁਹਾਡੇ ਤੋਂ ਕੀ ਪੁੱਛਦਾ ਹੈ? ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ? ਤਾਂ ਤੁਹਾਡਾ ਉੱਤਰ ਆਏਗਾ ਦਿਸ, ਧੁਨੀ। ਧੁਨੀ ਨੂੰ ਆਪਾਂ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਹਿੰਦੇ ਆ।
ठीक है। हुण आपां गल देखो भाषा पता लग गया, भाषा की है विचारां नूं आदान प्रदान करन दा साधन, वो भी ਜਿਹੜੀਆਂ ਧੁਨੀਆਂ ਸਾਰਥਕ ਹੋਣ ਉਹਨਾਂ ਦੇ ਜ਼ਰੀਏ ਭਾਸ਼ਾ ਬਣਦੀ ਹੈ। ਸਾਰੀਆਂ ਧੁਨੀਆਂ ਨਾਲ ਆਪਾਂ ਭਾਸ਼ਾ ਨਹੀਂ ਬਣਾ ਸਕਦੇ, ਠੀਕ ਹੈ। ਹੁਣ ਅੱਗੇ ਜਿਹੜੀ ਭਾਸ਼ਾ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਦੇਖੋ ਜਿਹੜੀ ਭਾਸ਼ਾ ਹੈ ਨਾ, ਭਾਸ਼ਾ ਬੇਸਿਕਲੀ ਦੋ ਤਰ੍ਹਾਂ ਦੀ ਹੁੰਦੀ ਹੈ, ਦੋ ਤਰ੍ਹਾਂ ਦੀ ਹੁੰਦੀ ਹੈ। ਦੇਖੋ ਇੱਕ ਤਾਂ ਭਾਸ਼ਾ ਜਿਹੜੀ ਆਪਣੀ ਮੌਖਿਕ ਜਾਂ ਬੋਲ ਚਾਲ ਦੀ ਭਾਸ਼ਾ, ਸੈਕਿੰਡ ਹੈ ਲਿਖਤੀ ਭਾਸ਼ਾ। ਹੁਣ ਦੇਖੋ ਦੋਹਾਂ ਦੇ ਨਾਮ ਤੋਂ ਹੀ ਪਤਾ ਲੱਗਦਾ ਮੌਖਿਕ ਜਾਂ ਬੋਲ ਚਾਲ ਦੀ। ਮੌਖਿਕ ਜਾਂ ਬੋਲ ਚਾਲ ਦੀ ਭਾਸ਼ਾ ਕਿਹੜੀ ਹੁੰਦੀ ਹੈ, ਜਿਸ 'ਚ ਆਪਾਂ ਬੋਲ ਕੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ। ਜਿਵੇਂ ਹੁਣ ਮੈਂ ਬੋਲ ਰਿਹਾ ਹੈ ਨਾ, ਇਹ ਮੈਂ ਮੌਖਿਕ ਭਾਸ਼ਾ ਦਾ ਯੂਜ਼ ਕਰ ਰਿਹਾ। ਤੁਸੀਂ ਆਪਸ ਦੇ ਵਿੱਚ ਗੱਲ ਕਰ ਰਹੇ ਹੋ, ਦੂਜੇ ਦੇ ਨਾਲ ਮੋਬਾਈਲ 'ਤੇ ਗੱਲ ਕਰ ਰਹੇ ਹੋ, ਜਾਂ ਤੁਸੀਂ ਖੇਡਣ ਦੇ ਦੌਰਾਨ ਜਾਂ ਕਿਸੇ ਵੀ ਤਰ੍ਹਾਂ ਕਹਿ ਦਿਓ, ਜਦੋਂ ਤੁਹਾਡੇ ਮੂੰਹ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲ ਰਹੀਆਂ ਨੇ ਨਾ, ਉਹ ਇਹਦੇ ਵਿੱਚ ਆਉਂਦੀਆਂ ਨੇ, ਮੌਖਿਕ ਜਾਂ ਬੋਲ ਚਾਲ ਦੀ ਭਾਸ਼ਾ। ਪਰ ਲਿਖਤੀ ਭਾਸ਼ਾ ਜਦੋਂ ਜਿਹੜੇ ਆਪਣੇ ਵਿਚਾਰ ਨੇ ਉਹਨਾਂ ਨੂੰ ਆਪਾਂ ਲਿਖਤੀ ਰੂਪ ਦੇ ਦਈਏ, ਰਿਟਨ ਫਾਰਮੈਟ ਦੇ ਵਿੱਚ ਲਿਆਈਏ, ਤਾਂ ਉਹ ਲਿਖਤੀ ਭਾਸ਼ਾ ਬਣ ਜਾਂਦੀ ਹੈ, ਠੀਕ ਹੈ। ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਉਹ ਹੁੰਦੀ ਹੈ ਜਦੋਂ ਆਪਾਂ ਆਪਣੇ ਵਿਚਾਰ ਹੈ ਜਿਹੜੇ ਬੋਲ ਕੇ ਐਕਸਪ੍ਰੈਸ ਕਰਦੇ ਹਾਂ, ਬੋਲ ਕੇ ਸਾਂਝੇ ਕਰਦੇ ਹਾਂ, ਠੀਕ ਹੈ। ਜਿਵੇਂ ਤੁਸੀਂ ਕਹਿ ਲਓ ਸੌਂਗ ਗਾ ਰਹੇ ਹੋ ਹੈ ਨਾ, ਉਸ ਤੋਂ ਬਾਅਦ ਜਾਂ ਤੁਸੀਂ ਫ਼ੋਨ 'ਤੇ ਗੱਲ ਕਰ ਰਹੇ ਹੋ, ਆਪਸ ਦੇ ਵਿੱਚ ਗੱਲ ਕਰ ਰਹੇ ਹੋ, ਸਾਹਮਣੇ ਫੇਸ ਟੂ ਫੇਸ ਗੱਲ ਕਰ ਰਹੇ ਹੋ, ਦੈਨ ਜਿਹੜਾ ਸਾਧਨ ਯੂਜ਼ ਹੋ ਰਿਹਾ ਲੈਂਗੁਏਜ ਦਾ, ਉਹਨੂੰ ਆਪਾਂ ਕਹਿੰਦੇ ਹਾਂ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ। ਉਸ ਤੋਂ ਬਾਅਦ ਹੈ ਲਿਖਤੀ। ਬਟ ਜਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਰਿਟਨ ਫਾਰਮੈਟ ਦੇ ਵਿੱਚ ਲਿਆਉਂਦੇ ਹੋ, ਮਤਲਬ ਜਦੋਂ ਆਪਾਂ ਉਹਨਾਂ ਨੂੰ ਲਿਖ ਲੈਂਦੇ ਹਾਂ ਤਾਂ ਉਹ ਲਿਖਤੀ ਭਾਸ਼ਾ ਬਣ ਜਾਂਦੀ ਹੈ। ਹੁਣ ਦੇਖੋ ਜਿਵੇਂ ਆ ਮੈਂ ਲਿਖ ਰਿਹਾ, ਇਹ ਸਾਰਾ ਲਿਖਤੀ ਫਾਰਮੈਟ ਹੈ। ਹੁਣ ਇਹਨਾਂ ਦੇ ਦੇਖੋ ਅੱਗੇ ਪੁਆਇੰਟਸ ਨੇ, ਪੁਆਇੰਟਸ ਮਤਲਬ ਕੀ ਹੈ, ਇਹਨਾਂ ਦੇ ਬੈਨੀਫਿਟਸ ਨੇ। ਬੈਨੀਫਿਟਸ ਮਤਲਬ ਜਾਂ ਕਰੈਕਟਰਿਸਟਿਕਸ ਆਪਾਂ ਵਿਸ਼ੇਸ਼ਤਾਵਾਂ ਵੀ ਕਹਿ ਸਕਦੇ ਹਾਂ। ਹੁਣ ਦੇਖੋ ਜਿਹੜੀ ਇਹ ਬੋਲਚਾਲ ਦੀ ਜਾਂ ਮੌਖਿਕ ਭਾਸ਼ਾ ਹੈ ਨਾ, ਇਹ ਸਥਿਰ ਨਹੀਂ ਹੈਗੀ, ਸਥਿਰ ਨਹੀਂ। ਸਥਿਰ ਕਿਉਂ ਨਹੀਂ ਹੈਗੀ? ਦੇਖੋ ਜਿਹੜੇ ਮੈਂ ਅੱਜ ਵਿਚਾਰ ਬੋਲ ਰਿਹਾ, ਮੈਨੂੰ ਮੈਂ ਹੁਣ ਜਿਹੜੇ ਇਸ ਟਾਈਮ ਬੋਲ ਰਿਹਾ, ਜੇ ਮੈਂ ਸੇਮ ਟੂ ਸੇਮ ਕਰ ਲਏ ਬੋਲ ਸਕਦਾ? ਨਹੀਂ ਬੋਲ ਸਕਦਾ, ਠੀਕ ਹੈ। ਤੁਸੀਂ ਆਪਣੀ ਆਪਸ ਦੇ ਵਿੱਚ ਗੱਲ ਕਰ ਰਹੇ ਹੋ, ਸੇਮ ਟੂ ਸੇਮ ਉਹ ਵਰਡ ਬੋਲੋਗੇ? ਨਹੀਂ ਬੋਲਦੇ। ਈਵਨ ਦੈਨ ਕਿ ਜੇ ਆਪਾਂ ਕਹਿ ਦਈਏ ਨਾ 2-3 ਘੰਟੇ ਬਾਅਦ ਵੀ, 4 ਘੰਟੇ ਬਾਅਦ ਵੀ, ਇੱਕ ਮੰਨ ਲਓ ਇੱਕ ਛੋਟਾ ਜਿਹਾ ਟੌਪਿਕ ਲੈ ਲਓ, ਛੋਟੇ ਜਿਹੇ ਟੌਪਿਕ ਦੇ ਉੱਤੇ ਤੁਸੀਂ ਬੋਲਣਾ ਹੋਵੇ ਨਾ, ਤੁਸੀਂ 2 ਘੰਟੇ ਬਾਅਦ, 4 ਘੰਟੇ ਬਾਅਦ, ਈਵਨ ਦੈਨ ਕਿ ਜੇ ਤੁਸੀਂ 20 ਵਾਰੀ ਬੋਲੋਗੇ ਨਾ, ਤਾਂ 20 ਵਾਰੀ ਤੁਹਾਡੇ ਵਿਚਾਰਾਂ ਦੇ ਵਿੱਚ ਚੇਂਜ ਆਊਗਾ, ਕੁਛ ਨਾ ਕੁਛ ਜ਼ਰੂਰ ਚੇਂਜ ਆਊਗਾ। 2 ਸ਼ਬਦ ਐਡ ਹੋਣਗੇ, 2-4 ਸ਼ਬਦ ਚੇਂਜ ਹੋਣਗੇ। ਇਹਦਾ ਮਤਲਬ ਜਿਹੜੀ ਇਹ ਲਿਖਤੀ ਭਾਸ਼ਾ ਹੈ ਨਾ, ਮੌਖਿਕ ਭਾਸ਼ਾ, ਇੱਕ ਤਾਂ ਸਥਿਰ ਨਹੀਂ ਹੈਗੀ, ਠੀਕ ਹੈ। ਅਤੇ ਉਸ ਤੋਂ ਬਾਅਦ ਕੀ ਹੈ, ਇਹਨੂੰ ਆਪਾਂ ਸਾਂਭ ਕੇ ਨਹੀਂ ਰੱਖ ਸਕਦੇ, ਸਾਂਭ ਕੇ ਨੋ ਡਾਊਟ। ਹੁਣ ਆਪਾਂ ਅੱਜ ਕੱਲ੍ਹ ਟੇਪ ਰਿਕਾਰਡਰਸ ਆਉਂਦੇ ਨੇ, ਰਿਕਾਰਡਸ ਆਉਂਦੇ ਨੇ ਆਪਣੇ ਕੋਲ, ਠੀਕ ਹੈ, ਆਪਾਂ ਆਡੀਓ ਰਿਕਾਰਡ ਕਰ ਸਕਦੇ ਹਾਂ, ਕੀਤਾ ਜਾ ਸਕਦਾ। ਪਰ ਐਕਚੁਅਲੀ ਜਿਹੜੀ ਸਥਿਰਤਾ ਹੈ ਨਾ, ਉਹ ਇਹਦੇ ਵਿੱਚ ਹੈ। ਸਥਿਰ ਭਾਸ਼ਾ, ਸਥਿਰ ਭਾਸ਼ਾ ਜਿਹੜੀ ਨਾ, ਉਹ ਲਿਖਤੀ ਭਾਸ਼ਾ ਹੈ। ਦੇਖੋ ਹੁਣ ਜਿਵੇਂ ਅਖਬਾਰ, ਇਹਦੀ ਐਗਜ਼ਾਮਪਲ ਇੱਕ ਅਖਬਾਰ, ਠੀਕ ਹੈ। ਫਿਰ ਕਿਤਾਬ, ਕੁਛ ਵੀ ਹੈ। ਹੁਣ ਦੇਖੋ ਅਖਬਾਰ ਹੈ, ਕਿਤਾਬ ਹੈ, ਤੁਸੀਂ ਕਈ ਤਰ੍ਹਾਂ ਦੀਆਂ ਕਿਤਾਬਾਂ ਰੀਡ ਕਰਦੇ ਹੋਵੋਗੇ, ਹੈ ਨਾ। ਜਿਵੇਂ ਆਪਾਂ ਜੇ ਕੋਈ ਵੀ ਕਿਤਾਬ ਚੱਕ ਲਓ, ਹੁਣ ਜਿਵੇਂ ਆਪਾਂ ਜੇ ਗਾਂਧੀ ਦੀ ਬਾਇਓਗ੍ਰਾਫੀ ਦੀ ਗੱਲ ਕਰੀਏ, ਮਹਾਤਮਾ ਗਾਂਧੀ, ਦੇਖੋ ਕੱਲ੍ਹ ਮਹਾਤਮਾ ਗਾਂਧੀ ਦੀ ਗਾਂਧੀ ਜਯੰਤੀ ਹੈ ਨਾ। ਜੇ ਆਪਾਂ ਮਹਾਤਮਾ ਗਾਂਧੀ ਦੀ ਸਵੈ ਜੀਵਨੀ ਦੀ ਗੱਲ ਕਰੀਏ, ਮਾਈ ਐਕਸਪੀਰੀਅੰਸ ਵਿਦ ਟਰੂਥ, ਹੈ ਨਾ, ਤਾਂ ਉਹਦੇ ਵਿੱਚ ਜੇ ਤੁਸੀਂ ਉਹਨੂੰ ਪੜ੍ਹਦੇ ਹੋ, ਅੱਜ ਸ਼ਬਦ ਅੱਜ ਪੜ੍ਹ ਲਓ, ਅੱਜ ਤੋਂ 20 ਸਾਲ ਬਾਅਦ ਪੜ੍ਹ ਲਓ, 20 ਸਾਲ ਪਹਿਲਾਂ ਪੜ੍ਹ ਲਓ, 50 ਸਾਲ ਬਾਅਦ, 100 ਸਾਲ ਬਾਅਦ, ਉਹਦੇ 'ਚ ਜਿਹੜੀ ਲੈਂਗੁਏਜ ਹੈ, ਸ਼ਬਦ ਹੈ, ਉਹ ਐਕੂਰੇਟ ਰਹਿਣਗੇ, ਉਹ ਸ਼ਬਦ ਬਦਲ ਨਹੀਂ ਸਕਦੇ, ਠੀਕ ਹੈ। ਪਰ ਲਿਖਤੀ ਭਾਸ਼ਾ ਸਥਿਰ ਨਹੀਂ ਹੈਗੀ, ਉਹਦੇ ਵਿੱਚ ਸਮੇਂ ਦੇ ਅਨੁਸਾਰ ਚੇਂਜ ਆਉਂਦਾ ਰਹਿੰਦਾ, ਵੀ ਆਪਾਂ ਪਹਿਲਾਂ ਆਪ ਹੀ ਆਪਣੇ ਦੇ ਵਿੱਚ ਚੇਂਜ ਆ ਜਾਂਦਾ,
ठीक है। जिहड़ी भाषा वो स्टेबल नहीं हैगी। स्टेबल मतलब किहड़ी भाषा नहीं हैगी, जिहड़ी अपनी मौखिक भाषा है वो उहदे विच स्टेबलता ही नहीं हैगी। बट जिहड़ी अपनी कह लो लिखती भाषा, लिखती भाषा वो स्टेबल भाषा है, वो एक स्थिर भाषा है। यही इन्हां दोहां दे विच मेजर डिफरेंस है, लिखती भाषा ते बोलचाल दी भाषा। एग्जामिनर डायरैक्ट प्रश्न पुछदा टैट दा एग्जाम दे विच भी भाषा किन्ने तरह दी हुंदी है। आ देखो इदां प्रश्न पुछदा हो, भाषा किन्ने तरह दी हुंदी है, ठीक है। तो वो ऑप्शन 2 4 5 6 कुछ भी दे सकता, थोड़ा उत्तर यही है। 2 थोनों पता है किहड़ी है, एक तो मौखिक है, ठीक है, तो दूजी है अपनी सैकेंड है जी वो लिखती है। एग्जामिनर डायरैक्ट प्रश्न पूछता तो थोड़ा पता होना चाहिए भी भाषा जी 2 टाइप्स की मेन होंगी है। इनू एक आप लिखती भाषा कह दें, दूजी नू बोलचाल की भाषा कह दें। दोहां दे विच तुसीं जिहड़ा फर्क है हुण जान गए होवोगे, तुहानूं पता लग गया होगा भी लिखती की है तो बोलचाल की भाषा की है। हुण जे अगे आपां गल करते हैं भाषा, अगे भी कई भाषा के सब पॉइंट्स ने। देखो जिवें एक तो आ गया अपना माँ बोली, ठीक है, या माँ भाषा ला लो। दैन एक आ गया अपने कोल खेतरी भाषा, एक आ गया अपने कोल राज भाषा, एक आ गया अपने कोल राष्ट्रीय भाषा, ठीक है। एक आ गया अपने कोल अंतर राष्ट्रीय भाषा, एक आ गया अपने कोल टकसाली या साहित्यिक भाषा। हुण देखो मैं अगे थोनों भाषा दे प्रकार 6 तरह के गिनाते, ठीक है। बेसिकली तो आप 2 तरह की वो लिखांगे, काउंट करांगे, ठीक है। वो थोनों पता है 2 तरह की किहड़ी है भी, एक लिखती बोली होंदी है, एक मौखिक भाषा होंदी है, ठीक है। हुण देखो माँ बोली किहड़ी होंदी, माँ बोली आपां उस भाषा नूं कहंदे आ जिहड़ा बच्चा जन्म दे नाल सिੱਖਦਾ, ठीक है। जन्म दे नाल मतलब की है, जिहड़ा हुण जदों एक बच्चा जन्म लैंदा है, जिस जिहड़ी भाषा उस परिवार दे विच बोली जाती है ना, उहदी माँ भाषा होएगी, ठीक है। जिवें हुण आपां देखो बच्चा पंजाब दे विच जन्म लैंदा, घर परिवार दे विच पंजाब बोली जाती है, आम समाज दे विच नेड़े तेड़े जिहड़ी है वो पंजाबी भाषा बोली जाती है, तो उहदी जिहड़ी लैंगुएज है ना माँ बोली पंजाब दे विच पंजाबी होएगी, ठीक है। कई बार एग्जामिनर प्रश्न पूछ लेंदा भी पंजाब की माँ भाषा किहड़ी है, तो वेरी सिंपल क्वेश्चन है पंजाबी है, ठीक है। हुण माँ बोली का एक होर नाम है, एक आपां इहनूं होर कह दिंदे आ भंगूड़े, भंगूड़े दी भाषा। भंगूड़ा की हुंदा, भंगूड़ा जिन्हों आप इंग्लिश दे विच क्राइडल कहने हैं, हिंदी दे विच पालना कह दें, जिहदे विच बच्चे नूं झुलाया जाता है, ठीक है। एग्जामिनर का कुछ नहीं पता वो किस वे नाल प्रश्न पूछ लिया, आपां हर एक वे तो जिहड़ी अपनी प्रैपरेशन करनी है, आपां हर वे तो तैयार रहना है। इनू आपां भंगूड़े की भाषा भी कह दें माँ बोली। हुण जदों आपां माँ बोली पंजाब की गल करते हैं तो आएगा पंजाबी, ठीक है। हुण आपां दैन गल करते हैं खेतरी भाषा। हुण खेतरी भाषा की है, खेतरी भाषा देखो आ मान लो एक एरिया आ है, एक एरिया आ है, एक एरिया आ है, एक एरिया आ है, ठीक है। हुण कुछ लोग इस दे विच रहिंदे ने, कुछ लोग इस दे विच रहिंदे ने, ठीक है, कुछ इस दे विच, कुछ इस दे विच। इस तरह देखो डिफरेंट जिहड़ा आ खेतर है उत्थे
अलग-अलग लोग रहंदे ने। ठीक है, पुराने समयां दे विच की सीगा, जिहड़े आवाजाही दे साधन ने ना वो इन्ने ज़्यादा डिवेलप नहीं सीगे। साधन डिवेलप ना होने कारण ठीक है लोगों का जिहड़ा दायरा है ना वो एक पर्टिकुलर एरिया तक, जिवें हुण आ है इन्हां दा जिहड़ा दायरा ना आ इस एरिया तक ही सीमित रह गया, इन्हां दा इस एरिया तक सीमित रह गया, इन्हां दा इस तक। ठीक है, अपने अपने एरिया तक सीमित रह गया। तो उस तो इलावा जिहड़ा इन्हां दा आ इलाका है ठीक है जिथे आ रह रहे हैं, इसका इन्हां दी बोली दे उत्ते जिहड़ा माड़ा मोटा प्रभाव पैंदा, कुछ ना कुछ प्रभाव पैंदा, उहदे नाल बोली दे विच चेंज आंदा है। ठीक है, तो इत्थे जिहड़ी बोली बोली जाती है उहदे च माड़ा मोटा चेंज होएगा, इत्थे नालों ते इत्थे नालों। समझ गए? आपां उहनूं खेतरी भाषा कह दिंदे आ। जिहड़ी अपनी उपभाषा है ना, उपभाषा खेतरी डिस्टेंस करके ही बनी हुई भाषा है उपभाषा। ठीक है, हुण समझ आ गया जिहड़ी खेतरी भाषा है ओह की है। ठीक है, हुण जिवें ये सारा खेतरी भाषा उपभाषा वाला जिहड़ा टॉपिक है ना अपना, एक तरह उहदे नाल ही रिलेट करदा। उपभाषा की उपज है ना जिहड़ी वो खेतरी भाषा ही है। जिवें हुण देखो आपां गल करदे हां माझे दे विच माझी बोली जाती है, दुआबे विच दुआबी बोली जाती है, पटियाले दे विच मलवई बोली जाती है, संगरूर दे विच मलवई बोली जाती है, अमृतसर दे विच माझी बोली जाती है। ठीक है, फिर आपां जलंधर की गल करते हैं, उत्थे दुआबी बोली जाती है, फाजिलका दे विच मलवई बोली जाती है, फतेहगढ़ साहब दे विच पुआधी बोली जाती है। आ सारा एक तरह खेतरी भाषा है। ठीक है, हुण उस तो बाद हो गया राजभाषा। राजभाषा किहड़ी हुंदी है? हुण जिवें देखो पंजाब इंडिया दे विच इस समय किन्ने 28 स्टेट्स ने। ठीक है, 28 स्टेट्स एंड 8 यूटी 28 तो स्टेट हो गए तो 8 यूटी हो गए। हुण आ जिहड़े 28 स्टेट्स ने, जिवें देखो एक आपां गल करिए एक पंजाब, ठीक है, फिर यूपी, MP, ठीक है, उस तो बाद कई ने इस तरह 28 ने टोटल ना, जिवें केरला, कर्नाटक, बिहार, यूपी हो गया अपना, ये सारे अपने 28 स्टेट्स ने। ठीक है, हुण जिहड़ी इन्हां दे विच हर एक स्टेट की ना अपनी अपनी एक भाषा है जिहड़ी उस राज तक सीमित है, उत्थे ज़्यादा बोली जाती है। हुण जिवें पंजाब की राज भाषा ना वो पंजाबी है। जे आपां हरियाणे की गल करिए, हरियाणे दे विच हिंदी बोली जाती है। आपां बिहार की गल करिए उत्थे भोजपुरी बोली जाती है। ठीक है ना, तो जिवें आपां साउथ वाले साइड की गल करिए उत्थे तमिल बोली जाती है। ठीक है, तुसीं जम्मू वाले गल करो उत्थे डोगरी बोली जाती है। हर एक स्टेट की अपनी अपनी जिहड़ी डिफरेंट लैंगवेज है उन्होंने ही आपां कह दिंदे आ राजभाषा। हुण देखो एक हो गया राष्ट्रीय भाषा जिन्हों आपां इंग्लिश दे विच कहने नैशनल लैंगवेज। हुण नैशनल लैंगवेज दे विच ठीक है, हुण नैशनल लैंगवेज दे विच की हुंदा है, जिहड़ी पूरे एक देश की भाषा होवे। हुण जिवें देखो इंडिया दे विच तुहानूं पता है 28+8, ठीक है, 28 स्टेट्स एंड 8 यूटी, इन्हां सारिਆਂ ਨੂੰ मिला के एक बन गया इंडिया। ठीक है, हुण पंजाब भी तो इंडिया दे विच है, हरियाणा भी इंडिया दे विच, यूपी इंडिया दे विच, बिहार इंडिया दे विच। इंडिया तो वख-वख थोड़ी है, इन्हां सारिਆਂ ਨੂੰ जोड़ते हैं तां ही इंडिया बनिया। ठीक है, हुण देखो पंजाब की भाषा तो पंजाबी होगी, हरियाणे की हिंदी होगी। देखो हर एक स्टेट की डिफरेंट बोली होगी, पर एक ओवरऑल एक देश की लैंगवेज तो होएगी ना जिहड़ी पूरे देश नूं रिप्रजेंट करती है, वो है अपनी हिंदी। ठीक है, जिहड़ी हिंदी है ना, हिंदी है जिहड़ी अपनी उहनूं आपां नैशनल लैंगवेज कह दिंदे आ, राष्ट्रीय भाषा। ठीक है, वो जिहड़ी हिंदी
ਹੁਣ ਹਿੰਦੀ ਹੈ ਜਿਹੜਾ ਅਕੋਰਡਿੰਗ ਟੂ ਇੰਡੀਅਨ ਕੌਨਸਟੀਟਿਊਸ਼ਨ ਆਰਟੀਕਲ 343 80 ਮਤਲਬ ਆਰਟੀਕਲ, ਜਿਹੜਾ ਆਰਟੀਕਲ 343 ਹੈ ਨਾ 343 ਦੇ ਵਿੱਚ ਇੰਡੀਅਨ ਨੈਸ਼ਨਲ ਲੈਂਗੁਏਜ ਬਾਰੇ ਗੱਲ ਕੀਤੀ ਗਈ ਹੈ ਵੀ ਇੰਡੀਆ ਇੱਕ ਦੇਸ਼ ਹੈ ਜਿਹਦੀ ਨੈਸ਼ਨਲ ਲੈਂਗੁਏਜ ਹੈ ਉਹ ਹਿੰਦੀ ਹੈ। ਠੀਕ ਹੈ ਜੀ, ਆਹ ਆਰਟੀਕਲ 343 ਦੇ ਵਿੱਚ ਰਿਟਨ ਦੇ ਵਿੱਚ ਲਿਖਿਆ ਗਿਆ ਵੀ ਹਿੰਦੀ ਜਿਹੜੀ ਉਹ ਆਪਣੀ ਨੈਸ਼ਨਲ ਲੈਂਗੁਏਜ ਹੈ। ਹੁਣ ਦੇਖੋ ਇਹ ਤਾਂ ਇੱਕ ਨੈਸ਼ਨਲ ਲੈਂਗੁਏਜ ਹੋ ਗਈ, ਆਪਾਂ ਇੰਡੀਆ ਦੀ ਗੱਲ ਕਰ ਲਈ। ਹੁਣ ਜੇ ਆਪਾਂ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਭਾਸ਼ਾ, ਅੰਤਰਰਾਸ਼ਟਰੀ ਭਾਸ਼ਾ ਦੇਖੋ ਜਿਹੜੀ ਅੰਤਰਰਾਸ਼ਟਰੀ ਭਾਸ਼ਾ ਮਤਲਬ ਕੀ ਹੈ, ਜਿਹੜੇ ਹੋਰ ਦੇਸ਼ ਆਪਣੇ ਜਿਹੜੇ ਦੇਸ਼ ਨੇ ਜਿਵੇਂ ਹੁਣ ਦੇਖੋ ਇੰਡੀਆ ਹੋ ਗਿਆ, ਪਾਕਿਸਤਾਨ ਹੋ ਗਿਆ, USA ਹੋ ਗਿਆ, ਠੀਕ ਹੈ, ਆਪਣਾ ਰਸ਼ੀਆ ਹੋ ਗਿਆ, ਚਾਈਨਾ ਹੋ ਗਿਆ, ਸਾਰੇ ਕਿੰਨੇ ਹੀ ਦੇਸ਼ ਨੇ ਨਾ ਆਪਣੇ ਵਰਲਡ ਦੇ ਵਿੱਚ। ਤੇ ਸਾਰੇ ਜਿਹੜੇ ਦੇਸ਼ ਹੈ ਇੰਟਰਨੈਸ਼ਨਲ ਲੈਂਗੁਏਜ ਜਦੋਂ ਉਹਨਾਂ ਨੇ ਆਪਸ ਦੇ ਵਿੱਚ ਵਾਰਤਾਲਾਪ ਕਰਨੀ ਹੈ, ਆਪਸ ਦੇ ਵਿੱਚ ਗੱਲਬਾਤ ਕਰਨੀ ਹੈ, ਕੋਈ ਡਿਬੇਟ ਕਰਨੀ ਹੈ ਤਾਂ ਉਹਨਾਂ ਦੇ ਵਿੱਚ ਸਾਂਝੀ ਲੈਂਗੁਏਜ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਹੋਣੀ ਚਾਹੀਦੀ ਹੈ। ਹੁਣ ਦੇਖੋ ਜਿਵੇਂ ਜੇ ਕੋਈ ਲੈਂਗੁਏਜ ਸਾਂਝੀ ਨਹੀਂ ਹੋਏਗਾ, ਹੁਣ ਮੰਨ ਲਓ ਆਪਣੀ ਇੱਕ ਥਾਂ ਤੇ ਉੱਤੇ ਇੱਕ ਗਰੁੱਪ ਮੀਟਿੰਗ ਹੋ ਰਹੀ ਹੈ, ਮੰਨ ਲਓ ਇੱਕ ਚੀਨ ਦਾ ਬੰਦਾ ਆਇਆ ਪਿਆ, ਇੱਕ ਕਹਿ ਲਓ USA ਦਾ, ਇੱਕ ਆਪਣਾ ਜਰਮਨ ਦਾ, ਠੀਕ ਹੈ, ਇੱਕ ਫਰਾਂਸ ਦਾ, ਇੱਕ ਇੰਡੀਆ ਦਾ। ਹੁਣ ਚੀਨ ਵਾਲਾ ਜਿਹੜਾ ਉਹ ਚਾਈਨੀਜ਼ ਦੇ ਵਿੱਚ ਬੋਲੀ ਜਾਏ, ਫਰਾਂਸ ਵਾਲਾ ਫਰੈਂਚ ਦੇ ਵਿੱਚ ਬੋਲਿਆ ਜਾਵੇ, ਠੀਕ ਹੈ, ਇੰਡੀਆ ਵਾਲਾ ਹਿੰਦੀ ਦੇ ਵਿੱਚ ਬੋਲੀ ਜਾਵੇ। ਇਸ ਤਰ੍ਹਾਂ ਵੱਖ-ਵੱਖ ਉਹਨਾਂ ਨੂੰ ਆਪਸ ਦੇ ਵਿੱਚ ਇੱਕ ਦੂਜੇ ਦੀ ਗੱਲ ਹੀ ਨਹੀਂ ਸਮਝ ਆਏਗੀ। ਫਿਰ ਉਹਨਾਂ ਦੇ ਇਕੱਠੇ ਹੋਣ ਦਾ ਫਾਇਦਾ ਕੀ? ਉਹ ਕੀ ਡਿਸਕਸ ਕਰ ਸਕਦੇ ਹਨ? ਨਥਿੰਗ, ਕੋਈ ਡਿਸਕਸ ਨਹੀਂ ਕਰ ਸਕਦੇ, ਠੀਕ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਪਾਲਿਸੀਆਂ ਨੇ, ਡਿਫਰੈਂਟ ਕਿੰਨਾ ਕੁਛ ਹੈ ਜਿੱਥੇ ਆਪਾਂ ਨੂੰ ਇੱਕ ਲੈਂਗੁਏਜ ਦੀ ਲੋੜ ਹੈ। ਤਾਂ ਇੱਕ ਲੈਂਗੁਏਜ ਹੋਣੀ ਚਾਹੀਦੀ ਹੈ ਜਿਹੜੀ ਪੂਰੇ ਵਰਲਡ ਦੀ ਲੈਂਗੁਏਜ ਹੈ ਓਵਰਆਲ। ਜੇ ਆਪਸ ਦੇ ਵਿੱਚ ਗੱਲਬਾਤ ਕਰਨੀ ਹੈ ਦੈਨ ਉਹ ਲੈਂਗੁਏਜ ਦੇ ਵਿੱਚ ਗੱਲ ਹੋਏਗੀ, ਉਹ ਆਪਣੀ ਹੁੰਦੀ ਹੈ ਅੰਤਰਰਾਸ਼ਟਰੀ ਭਾਸ਼ਾ। ਆਪਣੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਜਿਹੜੀ ਸਾਰੇ ਦੇਸ਼ਾਂ ਦੀ ਹੈ ਉਹ ਹੈ ਇੰਗਲਿਸ਼, ਠੀਕ ਹੈ। ਇੰਗਲਿਸ਼ ਹੈ ਜਿਹੜੀ ਉਹ ਆਪਣੀ ਅੰਤਰਰਾਸ਼ਟਰੀ ਭਾਸ਼ਾ। ਹੁਣ ਦੇਖੋ ਇੱਥੇ ਤੱਕ ਆਪਾਂ ਸਾਰਾ ਕੁਝ ਗੱਲ ਕਰ ਲਿਆ। ਹੁਣ ਇੱਕ ਆ ਗਿਆ ਸਾਹਿਤਿਕ ਜਾਂ ਟਕਸਾਲੀ ਭਾਸ਼ਾ, ਠੀਕ ਹੈ। ਇਹ ਕਨਸੈਪਟ ਥੋੜਾ ਜਿਹਾ ਡਿਫਰੈਂਟ ਹੈ। ਥੋੜਾ ਜਿਹਾ ਡਿਫਰੈਂਟ ਕਿਵੇਂ? ਦੇਖੋ ਆਪਾਂ ਉਪਭਾਸ਼ਾ, ਉਪਭਾਸ਼ਾ ਆਹ ਖੇਤਰੀ ਭਾਸ਼ਾ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਂ ਕਿਸ ਤਰ੍ਹਾਂ ਆਪਸ ਦੇ ਵਿੱਚ ਜਿਹੜਾ ਪਾੜਾ ਹੈ, ਆਪਸ ਦੇ ਵਿੱਚ ਡਿਫਰੈਂਸ ਹੈ ਉਹ ਵੱਧਦਾ। ਹੁਣ ਉਪਭਾਸ਼ਾਵਾਂ ਉਸੀ ਦੀ ਉਪਜ ਹੈ। ਹੁਣ ਜਿਹੜੀ ਪੰਜਾਬੀ ਦੀ ਉਪਭਾਸ਼ਾ ਨੇ ਉਹ ਦੇਖੋ ਜਿਵੇਂ ਮਾਝੀ, ਮਲਵਈ, ਠੀਕ ਹੈ, ਦੁਆਬੀ, ਪੁਆਧੀ, ਦੇਖੋ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੇਹਾਰੀ ਤੇ ਡੋਗਰੀ। ਦੇਖੋ ਇਹ ਜਿਹੜੀ ਲੈਂਗੁਏਜ ਨੇ ਇਹ ਸਾਰੀਆਂ ਉਪਭਾਸ਼ਾਵਾਂ ਦੇ ਵਿੱਚ ਆਉਂਦੀਆਂ ਨੇ। ਹੁਣ ਉਪਭਾਸ਼ਾ ਦੇ ਵਿੱਚ ਹੀ ਜਿਹੜੀ ਆਪਣੀ ਲੈਂਗੁਏਜ ਹੈ ਨਾ, ਦੇਖੋ ਉਪਭਾਸ਼ਾ ਹਰ ਇੱਕ ਥਾਂ ਤੇ ਡਿਫਰੈਂਟ ਬੋਲੀ ਜਾਂਦੀ ਹੈ। ਇਹਦਾ ਇੱਕ ਅਲੱਗ ਟੌਪਿਕ ਆਪਾਂ ਡਿਸਕਸ ਕਰ ਚੁੱਕੇ ਹਾਂ ਉਪਭਾਸ਼ਾਵਾਂ ਦੇ ਉੱਤੇ, ਠੀਕ ਹੈ। ਹੁਣ ਮੈਂ ਉਹਦੇ ਉੱਤੇ ਬਹੁਤਾ ਜ਼ਿਆਦਾ ਫੋਕਸ ਨਹੀਂ ਕਰਾਂਗਾ, ਠੀਕ ਹੈ। ਆਪਾਂ ਗੱਲ ਕਰ ਰਹੇ ਹਾਂ ਸਾਹਿਤਿਕ ਜਾਂ ਟਕਸਾਲੀ ਭਾਸ਼ਾ ਦੀ। ਹੁਣ ਸਾਹਿਤਿਕ ਜਾਂ ਟਕਸਾਲੀ ਭਾਸ਼ਾ ਉਹ ਹੁੰਦੀ ਹੈ ਜਿਸ ਦੇ ਵਿੱਚ ਕਿਸੇ ਸਟੇਟ ਦਾ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ, ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਹੁਣ ਪੰਜਾਬ ਦੇ ਵਿੱਚ ਜਿਹੜੀ ਬੁੱਕਸ ਦੀ ਭਾਸ਼ਾ ਹੈ, ਜਿਹਦੇ ਵਿੱਚ ਕਿਤਾਬਾਂ ਲਿਖੀਆਂ ਜਾਂਦੀਆਂ ਨੇ, ਸਾਹਿਤ ਲਿਖਿਆ ਜਾਂਦਾ ਹੈ, ਆਪਣਾ ਨਿਊਜ਼ਪੇਪਰ ਦੇ ਵਿੱਚ ਜਿਹੜੀ ਭਾਸ਼ਾ ਲਿਖੀ ਜਾਂਦੀ ਹੈ, ਠੀਕ ਹੈ। ਇਸ ਤੋਂ ਇਲਾਵਾ ਜਿਹੜੀ ਦਫ਼ਤਰੀ ਆਫੀਸ਼ੀਅਲ ਲੈਂਗੁਏਜ ਹੈ ਪੰਜਾਬ ਦੀ, ਠੀਕ ਹੈ, ਉਹ ਮਾਝੀ ਭਾਸ਼ਾ ਹੈ। ਆਹ ਵਾਲੀ ਦਿਸ ਵਨ, ਦਿਸ ਇਜ਼, ਠੀਕ ਹੈ, ਦਿਸ ਇਜ਼ ਅ ਟਕਸਾਲੀ ਐਂਡ ਸਾਹਿਤਿਕ ਭਾਸ਼ਾ ਮਾਝੀ। ਆਹ ਦੇਖੋ ਮਾਝੀ, ਜਿਹੜੀ ਮਾਝੀ ਲੈਂਗੁਏਜ ਹੈ ਨਾ ਇਹ ਆਪਣੀ ਟਕਸਾਲੀ ਜਾਂ ਸਾਹਿਤਿਕ ਭਾਸ਼ਾ ਹੈ ਪੰਜਾਬ ਦੀ। ਪੰਜਾਬੀ ਜਿਹੜੀ ਪੰਜਾਬੀ ਦੇ ਵਿੱਚ ਆਉਂਦੀ ਹੈ, ਪੰਜਾਬੀ ਦੇ ਵਿੱਚ ਦੇਖੋ ਸਬ ਪੁਆਇੰਟਸ ਉਪਭਾਸ਼ਾ ਆ ਨੇ ਸਾਰੇ, ਬਟ ਸਾਹਿਤਿਕ ਜਿਹੜੀ ਭਾਸ਼ਾ ਉਹ ਮਾਝੀ ਭਾਸ਼ਾ। ਹੁਣ ਉਮੀਦ ਕਰਦਾ ਮੈਂ ਇੱਥੇ ਤੱਕ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ,
ਹੁਣ ਦੇਖੋ ਜਿਹੜੀ ਭਾਸ਼ਾ ਹੈ, ਭਾਸ਼ਾ ਹੀ ਮਨੁੱਖ ਨੂੰ ਦੀ ਜਿਹੜੀ ਹੋਂਦ ਹੈ ਨਾ ਉਹਨੂੰ ਬਣਾਈ ਰੱਖਦੀ ਹੈ। ਉਹਦੇ ਵਿਕਾਸ ਦੇ ਲਈ ਭਾਸ਼ਾ ਜ਼ਰੂਰੀ ਹੈ। ਭਾਸ਼ਾ ਮਨੁੱਖ ਦੀ ਸਭ ਤੋਂ ਮਹੱਤਵਪੂਰਨ ਇਨਵੈਂਸ਼ਨ ਖੋਜਾਂ ਦੇ ਵਿੱਚੋਂ ਇੱਕ ਹੈ। ਭਾਸ਼ਾ ਦੇ ਸਦਕਾ ਹੀ ਆਪਣੇ ਵਿਚਾਰ ਆਪਾਂ ਦੂਜਿਆਂ ਤੱਕ ਸਪਰੈਡ ਕਰਦੇ ਹਾਂ, ਫੈਲਾਉਂਦੇ ਹਾਂ। ਠੀਕ ਹੈ, ਆਪਾਂ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ। ਤੁਸੀਂ ਕਹਿ ਲਓ ਆਪਣੇ ਵਿਚਾਰਾਂ ਨੂੰ ਸਟੇਬਿਲਿਟੀ ਲੈਂਗੁਏਜ ਦੇ ਨਾਲ ਦਿੰਦੇ ਹੋ। ਸਾਰਾ ਕੁਛ ਹੈ ਜਿਹੜਾ ਉਹ ਭਾਸ਼ਾ ਦੇ ਨਾਲ ਹੈ। ਠੀਕ ਹੈ, ਇਸ ਕਰਕੇ ਭਾਸ਼ਾ ਦੀ ਇੰਪੋਰਟੈਂਸ ਹੈ ਨਾ ਜਿਹੜੀ ਉਹ ਬਹੁਤ ਜ਼ਿਆਦਾ ਹੈ। ਠੀਕ ਹੈ, ਹੁਣ ਦੇਖੋ ਇੱਥੇ ਤੱਕ ਆਪਾਂ ਨੂੰ ਪਤਾ ਲੱਗ ਗਿਆ ਵੀ ਭਾਸ਼ਾ ਕੀ ਹੁੰਦੀ ਹੈ, ਭਾਸ਼ਾ ਕਿਵੇਂ ਜਿਹੜੀ ਡਿਵੈਲਪ ਹੁੰਦੀ ਹੈ। ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਭਾਸ਼ਾ ਦੇ ਲਈ ਹੋਰ ਕਿਹੜੇ ਸ਼ਬਦ ਯੂਜ਼ ਕੀਤੇ ਜਾਂਦੇ ਨੇ। ਠੀਕ ਹੈ, ਹੁਣ ਜਿਵੇਂ ਤੁਹਾਨੂੰ ਦੱਸਿਆ ਵੀ ਇੰਗਲਿਸ਼ ਦੇ ਵਿੱਚ ਹੈ ਜਿਹੜਾ ਆਪਾਂ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਵੀ ਭਾਸ਼ਾ ਨੂੰ ਲੈਂਗੁਏਜ ਕਹਿੰਦੇ ਨੇ। ਠੀਕ ਹੈ, ਤੇ ਜਿਹੜੀ ਭਾਸ਼ਾ ਉਹ ਸੰਸਕ੍ਰਿਤ ਦੀ ਭਾਸ਼ ਧਾਤੂ ਤੋਂ ਬਣੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਅਰਬੀ ਦੇ ਵਿੱਚ, ਅਰੈਬਿਕ ਦੇ ਵਿੱਚ। ਅਰਬੀ ਵਿੱਚ ਜਿਹੜਾ ਸ਼ਬਦ ਯੂਜ਼ ਕੀਤਾ ਜਾਂਦਾ ਨਾ ਉਹਦਾ ਨਾਮ ਹੈ ਲਿਸਾਨ। ਠੀਕ ਹੈ, ਹੁਣ ਜਿਹੜੀ ਫਾਰਸੀ ਵਿੱਚ ਭਾਸ਼ਾ ਵਰਤੀ ਜਾਂਦੀ ਹੈ, ਫਾਰਸੀ ਵਿੱਚ ਕੀ ਕਹਿੰਦੇ ਜ਼ੁਬਾਨ ਜਾਂ ਜ਼ੁਬਾਨ। ਠੀਕ ਹੈ, ਇਹ ਦੋਨੋਂ ਆਉਂਦੇ ਵੈਸੇ ਜ਼ਿਆਦਾਤਰ ਇਹ ਹੈ ਦਿਸ ਵਨ। ਠੀਕ ਹੈ, ਉਸ ਤੋਂ ਬਾਅਦ ਆਪਾਂ ਜੇ ਸਪੈਨਿਸ਼ ਦੀ ਗੱਲ ਕਰੀਏ, ਸਪੈਨਿਸ਼ ਵਿੱਚ ਆਪਾਂ ਭਾਸ਼ਾ ਲਈ ਕਿਹੜਾ ਸ਼ਬਦ ਯੂਜ਼ ਕਰਦੇ ਹਾਂ ਲੈਂਗੂਆ। ਠੀਕ ਹੈ, ਲੈਂਗੂਆ। ਦੇਖੋ ਅਰਬੀ ਵਿੱਚ ਲਸਾਨ, ਫਾਰਸੀ ਵਿੱਚ ਜ਼ੁਬਾਨ, ਸਪੈਨਿਸ਼ ਵਿੱਚ ਲੈਂਗੂਆ ਤੇ ਇੰਗਲਿਸ਼ ਦੇ ਵਿੱਚ ਆਪਾਂ ਬੋਲਦੇ ਹਾਂ ਲੈਂਗੁਏਜ। ਠੀਕ ਹੈ, ਸੰਸਕ੍ਰਿਤ ਦੀ ਭਾਸ਼ਾ ਧਾਤੂ ਤੋਂ ਜਿਹੜੀ ਭਾਸ਼ਾ ਬਣੀ ਹੈ ਜਿਹਦਾ ਅਰਥ ਹੈ ਬੋਲਣਾ। ਹੁਣ ਭਾਸ਼ਾ ਨੂੰ ਲਿਖਣ ਦੇ ਆਧਾਰ ਸਭ ਤੋਂ ਪਹਿਲਾਂ ਕੀ ਹੈ, ਸਭ ਤੋਂ ਪਹਿਲਾਂ ਸੁਣਨਾ, ਦੈਨ ਬੋਲਣਾ, ਦੈਨ ਪੜ੍ਹਨਾ, ਫਿਰ ਲਿਖਣਾ। ਇਹ ਜਿਹੜਾ ਨਿਯਮ ਹੈ ਨਾ ਬੱਚਾ ਇਸੇ ਤਰ੍ਹਾਂ ਹੀ ਸਿੱਖਦਾ। ਸਭ ਤੋਂ ਪਹਿਲਾਂ ਸੁਣਨਾ ਸਿੱਖਣਾ, ਫਿਰ ਬੋਲਣਾ ਸਿੱਖਦਾ, ਫਿਰ ਪੜ੍ਹਨਾ ਤੇ ਲਾਸਟ 'ਤੇ ਹੈ ਲਿਖਣਾ। ਕਈ ਵਾਰੀ ਐਗਜ਼ਾਮੀਨਰ ਨਾ ਤੁਹਾਨੂੰ ਇਹਨਾਂ ਦੀ ਤਰਤੀਬ ਪੁੱਛ ਲੈਂਦਾ ਵੀ ਭਾਸ਼ਾ ਦਾ ਆਧਾਰ ਦੱਸੋ, ਕਿਸ ਤਰ੍ਹਾਂ ਵਿਦਿਆਰਥੀ ਹੈ ਜਾਂ ਬੱਚੇ ਨੇ ਉਹ ਭਾਸ਼ਾ ਸਿੱਖਦੇ ਨੇ। ਜਾਂ ਤੁਹਾਡੇ ਤੋਂ ਇਹ ਪੁੱਛ ਲਿਆ ਜਾਂਦਾ ਹੈ ਵੀ ਜਦੋਂ ਤੁਸੀਂ ਕਿਸੇ ਬੱਚੇ ਨੂੰ ਪੜ੍ਹਨਾ ਸਿਖਾ ਰਹੇ ਹੋ, ਭਾਸ਼ਾ ਪੜ੍ਹਨੀ ਸਿਖਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਉਹਨੂੰ ਕੀ ਦੱਸੋਗੇ ਜਾਂ ਕਿਹੜੇ ਐਲੀਮੈਂਟਸ ਬਾਰੇ ਦੱਸੋਗੇ। ਤਾਂ ਆਪਾਂ ਇਹ ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ, ਆਪਾਂ ਬੱਚੇ ਨੂੰ ਕੀ ਕਰਾਂਗੇ, ਸਭ ਤੋਂ ਪਹਿਲਾਂ ਕੋਈ ਚੀਜ਼ ਦਿਖਾ ਕੇ ਉਹਨੂੰ ਉਹਦੇ ਬਾਰੇ ਦੱਸਾਂਗੇ। ਜਿਵੇਂ ਆਪਾਂ ਪ੍ਰਾਇਮਰੀ ਕਲਾਸਿਸ 'ਚ ਤੁਸੀਂ ਦੇਖਿਆ ਹੀ ਹੋਏਗਾ, ਦੇਖੋ ਜਿਵੇਂ ਉਹਨੂੰ ਊੜਾ ਕਿਹਾ ਜਾਂਦਾ, ਊੜਾ, ਆੜਾ, ਈੜੀ। ਇੱਦਾਂ ਹੀ ਨਹੀਂ ਕਹਿ ਦਿੱਤਾ ਜਾਂਦਾ ਵੀ ਆਹ ਊੜਾ ਹੈ, ਵੀ ਆਹ ਊੜਾ, ਆਹ ਆੜਾ, ਆਹ ਈੜੀ। ਇਹ ਨਹੀਂ, ਇਹਦੇ ਨਾਲ ਰਿਲੇਟ ਕਰਦੀ ਪਿਕਚਰ ਦਿਖਾਈ ਜਾਂਦੀ ਹੈ। ਠੀਕ ਹੈ, ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ ਇਹ ਹੀ ਕਿਸੇ ਵੀ ਲੈਂਗੁਏਜ ਦੇ ਆਧਾਰ ਨੇ। ਬਿਨਾਂ ਇਹਨਾਂ ਤੋਂ ਜਿਹੜੀ ਭਾਸ਼ਾ ਹੈ ਉਹ ਡਿਵੈਲਪ ਨਹੀਂ ਹੁੰਦੀ ਹੈਗੀ, ਉਹ ਵਿਕਸਿਤ ਨਹੀਂ ਹੋ ਸਕਦੀ। ਠੀਕ ਹੈ, ਉਮੀਦ ਹੈ ਤੁਹਾਨੂੰ ਅੱਜ ਦਾ ਜਿਹੜਾ ਟੌਪਿਕ ਹੈ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤੁਸੀਂ ਇਸ ਟੌਪਿਕ ਦੇ ਵਿੱਚੋਂ ਹੁਣ ਕੋਈ ਵੀ ਜਿਹੜਾ ਪ੍ਰਸ਼ਨ ਹੈ ਆ ਜਾਵੇ ਤੁਸੀਂ ਈਜ਼ੀਲੀ ਅਟੈਂਪਟ ਕਰ ਸਕਦੇ ਹੋ। ਉਮੀਦ ਕਰਦਾ ਵੀ ਤੁਸੀਂ ਇਹ ਟੌਪਿਕ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਠੀਕ ਹੈ, ਓਕੇ, ਬਾਏ ਬਾਏ ਸਟੂਡੈਂਟਸ, ਥੈਂਕ ਯੂ, ਹੈਵ ਅ ਨਾਈਸ ਡੇ।